Good morning, students. Chapter number 2 of history, Kings and Kingdoms of the early medieval period. ਇਹਦੇ ਵਿੱਚ next topic है the Cholas of Thanjavur. Thanjavur ਜਿਹੜੀ ਹੈ ਇਹ ਕੈਪੀਟਲ ਰਹੀ ਹੈ ਚੋਲਾ ਕਿੰਗਡਮ ਦੀ। ਸੋ ਚੋਲਾ ਕਿੰਗਡਮ ਬਾਰੇ ਅਸੀਂ ਗੱਲ ਕਰਾਂਗੇ ਜਿਨ੍ਹਾਂ ਦੀ ਕੈਪੀਟਲ ਤੰਜਾਵੁਰ ਸੀਗੀ। ਸਾਊਥ ਇੰਡੀਆ ਦੇ ਵਿੱਚ ਇਹ ਕੈਪੀਟਲ ਜਿਹੜੀ ਕਿੰਗਡਮ ਸੀ ਉਹ ਲੋਕੇਟਡ ਸੀਗੀ ਔਰ ਇਸ ਕਿੰਗਡਮ ਦੇ ਬਾਰੇ ਅਸੀਂ ਜਿਹੜਾ ਡਿਟੇਲ ਚ ਪੜਾਂਗੇ। ਫਸਟ ਹੈ ਰਾਈਜ਼ ਐਂਡ ਐਕਸਪੈਂਸ਼ਨ ਆਫ ਦ ਚੋਲਾਸ। ਚੋਲਾ ਕਿੰਗਡਮ ਦਾ ਰਾਈਜ਼ ਕਿਵੇਂ ਹੋਇਆ, ਕਿੰਗਡਮ ਕਿਸ ਤਰ੍ਹਾਂ ਬਣੀ ਔਰ ਐਕਸਪੈਂਡ ਕਿਵੇਂ ਜਿਹੜੀ ਹੈ ਕਿੰਗਡਮ ਵੱਡੀ ਹੋਈ। ਸੋ ਲੈਟਸ ਸਟਾਰਟ। ਐਂਸ਼ੀਐਂਟ ਚੋਲਾ ਕਿੰਗਡਮ ਇਨ ਕਾਵੇਰੀ ਡੈਲਟਾ। ਸੋ ਜਿਹੜੀ ਐਂਸ਼ੀਐਂਟ ਚੋਲਾ ਕਿੰਗਡਮ ਸੀ, ਜਿਹੜੀ ਸਭ ਤੋਂ ਪੁਰਾਣੀ ਚੋਲਾ ਕਿੰਗਡਮ ਸੀਗੀ, ਉਹ ਕਾਵੇਰੀ ਰਿਵਰ ਦੇ ਆਸ-ਪਾਸ ਜਿਹੜੀ ਹੈ ਡਿਵੈਲਪ ਹੋਈ ਸੀ, ਰਾਈਜ਼ ਹੋਈ ਸੀ ਕਾਵੇਰੀ ਡੈਲਟਾ ਦੇ ਵਿੱਚ। ਅਗਰ ਅਸੀਂ ਐਂਸ਼ੀਐਂਟ ਚੋਲਾ ਕਿੰਗਡਮ ਦੀ ਕੈਪੀਟਲ ਦੀ ਗੱਲ ਕਰੀਏ ਤਾਂ ਕੈਪੀਟਲ ਸੀਗੀ ਉਰਾਯੂਰ। ਉਰਾਯੂਰ ਦਾ ਜਿਹੜਾ ਮਾਡਰਨ ਨੇਮ ਹੈ ਜਿਸ ਵਿੱਚ ਤੁਹਾਨੂੰ ਗਿਵਨ ਹੈ, ਇਹਦਾ ਮਾਡਰਨ ਨੇਮ ਹੈ ਤਿਰੂਚਿਰਾਪਾਲੀ। ਅਗਰ ਅਸੀਂ ਐਂਸ਼ੀਐਂਟ ਚੋਲਾ ਕਿੰਗਡਮ ਦੇ ਪਾਵਰਫੁਲ ਕਿੰਗ ਦੀ ਗੱਲ ਕਰੀਏ ਤਾਂ ਸਭ ਤੋਂ ਪਾਵਰਫੁਲ ਕਿੰਗਡਮ ਐਂਸ਼ੀਐਂਟ ਚੋਲਾ ਕਿੰਗਡਮ ਦਾ ਸੀ ਕਾਰੀਕਾਲਾ। ਉਹਨੇ ਇਸ ਕਿੰਗਡਮ ਨੂੰ ਕਾਫੀ ਜ਼ਿਆਦਾ ਵਧਾਇਆ ਔਰ ਹਾਲਾਂਕਿ ਕਾਰੀਕਾਲਾ ਤੋਂ ਬਾਅਦ ਜਿਹੜੇ ਕਿੰਗਸ ਆਏ ਉਹ ਕਾਫੀ ਵੀਕ ਸੀਗੇ, ਜਿਸ ਕਰਕੇ ਕਿੰਗਡਮ ਜਿਹੜੀ ਹੈ ਇਹ ਘਟਣ ਲੱਗ ਗਈ। ਲੇਕਿਨ ਕੁਝ ਦੇਰ ਬਾਅਦ ਵਿਜਯਾਲਾਇਆ ਨਾਮ ਦਾ ਕਿੰਗ ਜਿਹੜਾ ਹੈ ਉਹ ਇਸ ਚੋਲਾ ਕਿੰਗਡਮ ਦੇ ਵਿੱਚ ਪੈਦਾ ਹੋਇਆ ਔਰ ਵਿਜਯਾਲਾਇਆ ਨੇ ਥੰਜਾਵੁਰ ਨਾਮ ਦੀ ਸਿਟੀ ਨੂੰ ਜਿੱਤ ਲਿਆ ਔਰ ਥੰਜਾਵੁਰ ਨਾਮ ਦੀ ਸਿਟੀ ਨੂੰ ਬਾਅਦ ਵਿੱਚ ਚੋਲਾ ਕਿੰਗਡਮ ਦੀ ਕੈਪੀਟਲ ਬਣਾ ਦਿੱਤਾ। ਪਹਿਲੀ ਕੈਪੀਟਲ ਉਰਾਯੂਰ ਸੀਗੀ, ਲੇਕਿਨ ਵਿਜਯਾਲਾਇਆ ਨੇ ਥੰਜਾਵੁਰ ਸਿਟੀ ਨੂੰ ਜਿੱਤ ਕੇ ਚੋਲਾ ਕਿੰਗਡਮ ਦੀ ਨਿਊ ਕੈਪੀਟਲ ਬਣਾ ਦਿੱਤਾ, ਜੋ ਕਿ ਬਹੁਤ ਹੀ ਫੇਮਸ ਸਿਟੀ ਹੈ। ਫਿਰ ਉਸ ਤੋਂ ਬਾਅਦ ਵਿਜਯਾਲਾਇਆ ਨੇ ਕੀ ਕੀਤਾ, ਐਕਸਪੈਂਸ਼ਨ ਆਫ ਕਿੰਗਡਮ ਬਾਈ ਵਾਰਸ। ਵਿਜਯਾਲਾਇਆ ਨੇ ਕਾਫੀ ਜ਼ਿਆਦੀਆਂ ਲੜਾਈਆਂ ਲੜੀਆਂ। ਇਸ ਤੋਂ ਇਲਾਵਾ ਵਿਜਯਾਲਾਇਆ ਦੇ ਜਿਹੜੇ ਸਕਸੈਸਰ ਕਿੰਗ ਸੀ, ਇਸ ਤੋਂ ਬਾਅਦ ਆਉਣ ਵਾਲੇ ਕਿੰਗ ਸੀਗੇ, ਉਹਨਾਂ ਨੇ ਵੀ ਬਹੁਤ ਜ਼ਿਆਦੀਆਂ ਲੜਾਈਆਂ ਕੀਤੀਆਂ, ਵਾਰਸ ਕੀਤੀਆਂ। ਵਾਰਸ ਦੇ ਨਾਲ ਜਿਹੜਾ ਹੈ ਅਲੱਗ-ਅਲੱਗ ਏਰੀਆਜ਼ ਨੂੰ ਜਿੱਤ ਕੇ ਚੋਲਾ ਕਿੰਗਡਮ ਦੇ ਵਿੱਚ ਸ਼ਾਮਿਲ ਕੀਤਾ ਗਿਆ ਔਰ ਚੋਲਾ ਕਿੰਗਡਮ ਕਾਫੀ ਐਕਸਪੈਂਡ ਹੋ ਗਈ। ਜਿਵੇਂ ਦਿੱਤਾ ਹੋਇਆ ਕਿਹੜੀਆਂ ਏਰੀਆਜ਼ ਦੇ ਨਾਲ ਚੋਲਾਸ ਦੀ ਲੜਾਈ ਹੋਈ। ਫॉर एग्जांपल डिफीटेड द पांड्याज ऑफ मदुराई। चोला किंग्स ने मदुराई के पांड्याज ਨੂੰ ਹਰਾ ਦਿੱਤਾ। ਉਸ ਤੋਂ ਬਾਅਦ ਕਾਂਚੀ ਦੇ ਪਲਵਾਜ਼ ਨੂੰ ਹਰਾ ਦਿੱਤਾ। ਦੈਨ ਇਸ ਤੋਂ ਬਾਅਦ ਸ੍ਰੀਲੰਕਾ ਦੇ ਰਾਜੇ ਨੂੰ ਵੀ ਹਰਾ ਦਿੱਤਾ ਗਿਆ। ਇਸ ਤਰ੍ਹਾਂ ਬਹੁਤ ਸਾਰੇ ਏਰੀਆਜ਼ ਜਿਹੜੇ ਆ ਚੋਲਾ ਕਿੰਗਡਮ ਦੇ ਸ਼ਾਮਿਲ ਹੋ ਗਏ। ਚੋਲਾ ਕਿੰਗਡਮ ਬਹੁਤ ਹੀ ਐਕਸਪੈਂਡ ਹੋ ਗਈ। ਸੋ ਲੈਟਸ ਮੂਵ ਟੂ ਦ ਨੈਕਸਟ ਟੌਪਿਕ, ਰਾਜਾ ਰਾਜਾ ਵਨ। ਰਾਜਾ ਰਾਜਾ ਵਨ ਆਉਣ ਵਾਲੇ ਟਾਈਮ ਦੇ ਵਿੱਚ ਚੋਲਾ ਕਿੰਗਡਮ ਦਾ ਬਹੁਤ ਹੀ ਫੇਮਸ ਕਿੰਗ ਹੋਇਆ, ਬਹੁਤ ਹੀ ਪਾਵਰਫੁਲ ਕਿੰਗ ਸੀਗਾ। ਇਹਦਾ ਰੂਲ ਜਿਹੜਾ ਹੈ 985 AD ਤੋਂ ਲੈ ਕੇ 1016 AD ਤੱਕ ਜਿਹੜਾ ਹੈ ਰਿਹਾ। ਕਾਫੀ ਪਾਵਰਫੁਲ ਕਿੰਗ ਸੀਗਾ ਰਾਜਾ ਰਾਜਾ ਵਨ। ਹੀ ਹੈਡ ਅ ਸਟਰੋਂਗ ਨੇਵੀ। ਨੇਵੀ ਹੁੰਦੀ ਹੈ ਜਲ ਸੈਨਾ। ਸੋ ਜਲ ਸੈਨਾ ਦੇ ਕੋਲ ਨੇਵੀ ਜਿਹੜੀ ਸੀ ਕਾਫੀ ਜ਼ਿਆਦਾ ਸੀ। ਵਿਦ ਦੈਟ ਨੇਵੀ ਹੀ ਕਨਕਰਡ ਆਈਲੈਂਡ ਨੇਸ਼ਨਸ। ਆਪਣੀ ਸਟਰੋਂਗ ਨੇਵੀ ਦੇ ਨਾਲ ਇਹਨੇ ਕੀ ਕੀਤਾ ਕਿ ਸਮੁੰਦਰ ਦੇ ਆਸ-ਪਾਸ ਜਿਹੜੇ ਰਾਜ ਸੀਗੇ, ਜਿਹੜੇ ਦੇਸ਼ ਸੀਗੇ, ਉਹਨਾਂ ਨੂੰ ਜਿੱਤ ਲਿਆ। ਕਿਹੜੇ ਆਈਲੈਂਡ ਨੇਸ਼ਨਸ ਇਹਨੇ ਜਿੱਤੇ ਇਸ ਨੇਵੀ ਦੇ ਨਾਲ? ਥੀਸ ਆਰ ਸ੍ਰੀਲੰਕਾ, ਆਲਰਾਈਟ, ਦੈਨ ਲਾਕਾਡੀਵ ਐਂਡ ਮਾਲਦੀਵ ਆਈਲੈਂਡਸ। ਸੋ ਇਹ ਕੁਝ ਆਈਲੈਂਡ ਨੇਸ਼ਨਸ ਨੇ ਜਿਹੜੇ ਕਿ ਰਾਜਾ ਰਾਜਾ ਵਨ ਨੇ ਆਪਣੀ ਨੇਵੀ ਦੇ ਨਾਲ ਜਿੱਤੇ ਸੀ। ਨੈਕਸਟ ਹੀ ਬਿਲਟ ਰਾਜਾ ਰਾਜੇਸ਼ਵਰਾ ਟੈਂਪਲ। ਰਾਜਾ ਰਾਜੇਸ਼ਵਰਾ ਟੈਂਪਲ ਜਿਹੜਾ ਹੈ ਉਹ ਵੀ ਇਹਨੇ ਬਣਵਾਇਆ ਸੀਗਾ। ਰਾਜਾ ਰਾਜੇਸ਼ਵਰਾ ਟੈਂਪਲ ਦਾ ਦੂਸਰਾ ਨਾਮ ਹੈ ਬ੍ਰਿਹਦੇਸ਼ਵਰਾ ਟੈਂਪਲ। ਥੰਜਾਵੁਰ ਨਾਮ ਦੀ ਸਿਟੀ ਦੇ ਵਿੱਚ ਇਹ ਟੈਂਪਲ ਬਣਾਇਆ ਗਿਆ ਸੀਗਾ। ਇਸ ਤੋਂ ਇਲਾਵਾ ਦ ਆਰਟ ਆਫ ਮੇਕਿੰਗ ਬ੍ਰੌਂਜ਼ ਸਟੈਚੂਜ਼ ਫਲਰਿਸ਼ਡ ਅੰਡਰ ਰਾਜਾ ਰਾਜਾ ਐਂਡ ਹਿਸ ਸਕਸੈਸਰਸ। ਰਾਜਾ ਰਾਜਾ ਦੇ ਟਾਈਮ ਜਿਹੜਾ ਹੈ ਬ੍ਰੌਂਜ਼ ਮੈਟਲ ਦੇ ਕਾਫੀ ਜ਼ਿਆਦਾ ਬੁੱਤ ਬਣਾਏ ਗਏ ਔਰ ਕਾਫੀ ਜ਼ਿਆਦਾ ਇਹ ਆਰਟ ਜਿਹੜੀ ਹੈ ਡਿਵੈਲਪ ਹੋਈ ਸੀ। जी स्टूडेंट्स, आफ्टर द डेथ ऑफ राजा राजा वन, his son Rajendra Chola I became the king of Chola kingdom. His tenure of kingship is from 1016 AD to 1044 AD. So he was the son of Raja Raja I and the successor of the Chola kingdom. He defeated king of Bengal. Rajendra Chola I ने बंगाल के किंग ਨੂੰ ਹਰਾ ਦਿੱਤਾ, जो काफ़ी वड्डी अचीवमेंट सीगी। और इस तरह हुण ਉਹਦੇ ਕੋਲ ਗੰਗਾ ਰਿਵਰ ਤੱਕ ਦੇ ਜਿੰਨੇ ਏਰੀਆ ਸੀਗੇ ਉਹ ਸਾਰੇ ਉਹਦੇ ਕੋਲ ਆ ਚੁੱਕੇ ਸੀਗੇ। ਸੋ ਗੰਗਾ ਨਦੀ ਤੱਕ, ਗੰਗਾ ਦਰਿਆ ਤੱਕ ਸਾਰੇ ਹੀ ਏਰੀਆਜ਼ ਨੂੰ ਜਿੱਤ ਚੁੱਕਾ ਸੀਗਾ ਉਹ। ਸੋ ਇਸ ਜਿੱਤ ਤੋਂ ਬਾਅਦ ਉਹਨੇ
एक टाइटल धारण किया, उस टाइटल का नाम से गंगईकोंडा, जिसका मतलब है कॉन्करर अप टू द एरियाज ऑफ गंगा, कि मैं गंगा तक के सारे इलाके जित लए ने। सो गंगईकोंडा जिहड़ा है उन्हें टाइटल हासिल किया क्योंकि गंगा रिवर तक सारे ही एरियाज जिहड़े सीगे उहदे कोल आ चुके सीगे। नैक्सट बिल्ड सिटी गंगईकोंडा चोलापुरम, और इस तो बाद उन्हें जिहड़ा है कुछ देर बाद थंजावुर सिटी के आस पास एक बहुत ही सुंदर शहर बसाया, उहदे च बहुत सारे टैंपल्स भी बनाए और उस सिटी का नाम रखा गया गंगईकोंडा चोलापुरम। नेक्स्ट इज नेवी डिफीटेड श्रीविजया इन साउथ ईस्ट एशिया। राजा राजा वन दे वांग राजेंद्र चोला वन दे कोल भी स्ट्रॉन्ग नेवी सीगी और उस नेवी की हेल्प के नाल उन्हें साउथ ईस्ट एशिया दे विच अटैक किए और एक पावरफुल किंग सीगा श्रीविजया साउथ ईस्ट एशिया दे विच उन्होंने हरा दिता गया और उन्होंने हराने तो बाद जिहड़ा है उहदे कोलों काफ़ी सारिया कंसैशनस रियायतां लईआं गईआं रिगार्डिंग द ट्रेड और श्रीविजया नूं हराने तो बाद साउथ ईस्ट एशिया दे विच जिहड़ा है खुलेआम ट्रेड करने की जिहड़ी परमिशन सीगी वो चोला किंगडम नूं मिल गई सी। सो इहदे नाल काफ़ी ज़्यादा जिहड़ा इकनॉमिक बेनीफिट होया उहदा चोला किंगडम। दैन लास्ट पॉइंट डिक्लाइन ऑफ किंगडम इन द 13th सेंचुरी। 13th सेंचुरी दे विच हौली हौली जिहड़ी है ये चोला किंगडम पूरी तरह खत्म होनी शुरू हो गई, जिसका मेन रीजन सीगा कि जिहड़े चोला किंगडम के सरदार सीगे वो आपस में लड़ना शुरू कर दिता सी, उन्होंने राजकुमारा ने प्रिंसिस ने आपस में लड़ना शुरू कर दिता सीगा एंड मोर ओवर चोला किंगडम को अपनी नेबरिंग किंगडम्स के नाल काफ़ी सारिया लड़ाइयाँ लड़नियाँ पईआं, उन्हां वॉर्स के नाल इकनॉमिकली काफ़ी वीक हो चुकी सी चोला किंगडम। दैट्स वाई इन द 13th सेंचुरी दिस चोला किंगडम स्टार्टेड डिक्लाइनिंग। हाँ जी स्टूडेंट्स, नेक्स्ट हम बात कर रहे हैं चोला एडमिनिस्ट्रेशन की, मतलब चोला किंगडम का राज प्रबंध किस तरह के नाल चलता सीगा। सब तो पहला गल कर लेंगे सेंट्रल गवर्नमेंट की कि सेंट्रल लैवल पर किहड़ी गवर्नमेंट सीगी पूरे देश को चलाने वाली। तो सेंट्रल लैवल की जिहड़ी गवर्नमेंट सी उहदा हेड कौन सीगा? किंग। किंग वाज द हेड ऑफ द सेंट्रल एडमिनिस्ट्रेशन। किंग वाज आल्सो द कमांडर ऑफ आर्म फोर्सिस। जिन्नियां भी आर्म फोर्सिस सीगियां उन्होंने कमांड कौन करता सी? किंग करता सीगा। सारियां ही हथियारबंद सेनावां का कमांडर सीगा। किहड़ी आर्म फोर्सिस सी उस टाइम ते? इन्फेंट्री, कैवलरी, एलिफेंट्स एंड नेवी। इन्फेंट्री हुंदी है जिहड़ी कि पैदल सेना, कैवलरी घोड़सवार सेना जो घोड़ियों पर लड़ती है, एलिफेंट्स हाथियों पर लड़ने वाली सेना, नेवी जो पानी के विच जिहड़ा है अटैक करती है, जल सेना। इस तो इलावा किंग की हेल्प करने के वास्ते एडमिनिस्ट्रेशन के एक काउंसिल ऑफ मिनिस्टर्स होंदी सीगी, मंत्रिमंडल जिवें। सो ये जिहड़ा काउंसिल ऑफ मिनिस्टर्स सीगा इहदे विच बहुत सारे मिनिस्टर सीगे और ये मिनिस्टर जिहड़े सी इन्हां नूं अलग-अलग डिपार्टमेंट दिते हुंदे सीगे और ये भी किंग की हेल्प करते सीगे, किंग की मदद करते सीगे और अपना अपने डिपार्टमेंट का एडमिनिस्ट्रेशन चलाते सीगे। इन्हां मिनिस्टर के अंडर बहुत सारे हाई ऑफिशियल सीगे, ऑफिसर सीगे आजवान, और वो ऑफिसर जिहड़े सीगे अपने अपने डिपार्टमेंट विच ईमानदारी के नाल काम करते सी। इन्हां ऑफिसर्स नूं बहुत सारी लैंड ग्रांट्स दित्तियां जांदियां सीगीਆਂ। ये ऑफिसर जिहड़े सी इन्हां दे एग्जांपल्स जिवें आपां पहलां पढ़ के आए सामंत, फ्यूडेटरीज वगैरह वो सारे हाई ऑफिशियल दे आउंदे सीगे। दैन अगर असीं इनकम की गल कर लईए तो मेन इनकम जिहड़ी सीगी किंग नूं कित्थों आउंदी सी? फ्रॉम लैंड टैक्स एंड फ्रॉम ट्रेड टैक्स। एग्रीकल्चर के उपर जिहड़ा टैक्स लगाया जाता सी लैंड टैक्स के अंडर सी, ट्रेडर्स के उपर टैक्स लगाया जाता सीगा, कस्टम ड्यूटीज लगाई जांदियां सी उसकों पैसा आउंदा सीगा, फॉरेस्ट के उपर, माइनस के उपर, साल्ट बनाउण के उपर ये जिहड़े अलग-अलग टैक्स सीगे ये लगाए जाते सीगे। ज़्यादातर जिहड़ा टैक्स है वो क्रॉप्स की फॉर्म में, जिवें कि अपन पता है कि लैंड टैक्स क्रॉप की फॉर्म लिया जाता है, लेकिन अगर कोई परसन जिहड़ा है वो क्रॉप की फॉर्म टैक्स नहीं दे सकता तो कैश की फॉर्म में भी टैक्स दे सकता है। जिस कोल कैश भी नहीं सीगा तो फिर उस बंदे को जिहड़ा वैटी करवाई जाती सी। वैटी का मीनिंग है फोर्स्ड लेबर, उस को जिहड़ा है मजदूरी करवाई जाती सी और इस तरह के नाल टैक्स रिकवर किया जाता सी। तो इस तरह के नाल जिहड़ा सेंट्रल एडमिनिस्ट्रेशन जिहड़ा सीगा वो चलता सीगा इन द चोला किंगडम। चोला किंग्स ने अपने जिहड़े हाई ऑफिशियल सीगे इन्हां नूं कुछ टाइटल दे रखे सीगे, जिवें कि अरायर, अरायर का मतलब होंदा है सरदार, चीफटेन। इस तरह ही मोवेन डाविलन एक टाइटल सीगा वो ऑफिशियल्स नूं दिता जांदा सीगा, इहदा मतलब होंदा सी मोवेन डाविलन दा कि वो जिहड़ा परसन है उन्हें चोलास, चेरास और पांड्यास 3 किंगडम्स वास्ते सेवा की हुई है। दिस वाज ऑल अबाउट द सेंट्रल गवर्नमेंट।